ਉਹ ਬੱਚਿਆਂ ਨੂੰ ਪੜ੍ਹਾਈ ਦਾ ਲਾਲਚ, ਮੁਫਤ ਪੜ੍ਹਾਈ ਦਾ ਲਾਲਚ ਦੇ ਕੇ ਉਹਨਾਂ ਨੂੰ ਇੱਕ ਲੋਨ ਦੇ ਐਸੇ ਬੈਡ ਸਾਈਕਲ 'ਚ ਫਸਾ ਲੈਂਦੇ ਨੇ, ਜਿਸ ਦਾ ਸ਼ਿਕਾਰ ਹੋਣ ਤੋਂ ਬਾਅਦ ਪੇਰੈਂਟਸ ਨੂੰ ਕੁਝ ਸਾਲਾਂ ਬਾਅਦ ਪਤਾ ਲੱਗਦਾ ਕਿ ਉਹਨਾਂ ਦੇ ਅਕਾਊਂਟ 'ਚੋਂ ਪੈਸੇ ਕੱਟੇ ਗਏ। ਆਪਾਂ ਲੋਕਲ ਨੂੰ ਮੌਕਾ ਦੇਵਾਂਗੇ ਤੇ ਫੋਰਨ ਕੰਪਨੀਆਂ ਨੂੰ ਬਾਹਰ ਭਜਾਵਾਂਗੇ। ਇੰਡੀਆ ਦਾ ਪੈਸਾ ਇੰਡੀਆ 'ਚ ਕਿੱਦਾਂ ਰਹੇਗਾ ਜਦੋਂ ਆਪਾਂ ਲੋਕਲ ਬੰਦੇ ਨੂੰ ਮੌਕਾ ਦੇਵਾਂਗੇ। सर अजकल जिवें देखा जाता है कि कई लोग ऐप्स इंस्टॉल करके कुछ छोटे अमाउंट के लोन पास कराते, लोन मिल जाते बिना सिक्योरिटी के मिलते हैं। और वो वाले ਜਿਹੜੇ ऑनलाइन लोन आ और ਤੁਹਾਡੇ वाले लोन्स ਹੈਗੇ ਆ, ਇਹਨਾਂ ਦਾ बेसिकली की फर्क है, की नुकसान? ਇੰਟਰਸਟ ਰੇਟ ਸਰ ਸਿਬਲ ਸਕੋਰ ਤੇ ਡਿਪੈਂਡ ਕਰੇਗਾ। ਆਪਾਂ ਸਿਬਲ ਚੈੱਕ ਕਰਾਵਾਂਗੇ ਕਸਟਮਰ ਦਾ, ਐਜ਼ ਪਰ ਸਿਬਲ ਆਪਾਂ ਉਹਨੂੰ ਇੰਟਰਸਟ ਦੇਵਾਂਗੇ। ਸਰ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਲੋਨ ਤਾਂ ਈਜ਼ੀਲੀ ਲੋਕ ਲੈ ਲੈਂਦੇ ਸਿਕਿਉਰਿਟੀ ਰੱਖ ਕੇ, ਕਾਗਜ਼ ਪੱਤਰ ਰੱਖ ਕੇ। ਉਸ ਤੋਂ ਬਾਅਦ ਉਹ ਜਿਹੜਾ ਵਿਆਜ ਹੀ ਬਹੁਤ ਜ਼ਿਆਦਾ ਪੈਣ ਲੱਗ ਜਾਂਦਾ, ਉਹ ਚੁਕਾਇਆ ਨਹੀਂ ਜਾਂਦਾ। ਕਿ ਲੋਕੀ ਕਿੱਦਾਂ ਇਹ ਨੂੰ ਮੈਨੇਜ ਕਰਨ, ਕੋਈ ਉਹਨਾਂ ਨੂੰ ਸਲਾਹ ਦਿਓ। ਸਰ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ, ਆਪਣੇ ਲੋਨ ਟਰੈਕ ਤੇ ਨਜ਼ਰ ਰੱਖੋ। ਕਦੇ ਵੀ ਆਪਣਾ ਚੈੱਕ ਬਾਉਂਸ ਨਾ ਹੋਣ ਦਿਓ, ਕਦੇ ਵੀ ਆਪਣੀ EMI ਨੂੰ ਤੋੜੋ ਨਾ। ਆਪਾਂ ਤੋੜ ਦਿੰਦੇ ਆ, ਸਾਨੂੰ ਨਹੀਂ ਪਤਾ ਲੱਗਦਾ, ਕੰਪਨੀ ਵਿੱਚੋਂ ਫਾਈਨ ਪਾਣਾ ਸ਼ੁਰੂ ਕਰ ਦਿੰਦੀ ਹੈ, ਇੰਟਰਸਟ ਰੇਟ ਚੱਕ ਦਿੰਦੀ ਹੈ। ਕਿਉਂ ਚੱਕਦੀ ਹੈ? ਉਹਨੂੰ ਮੌਕਾ ਮਿਲ ਜਾਂਦਾ। जयकारा शेरा वाली दा बोल साचे दरबार की जय। हे माई सचिया जोता वाली माता त्वाड़ी सदाई जय। दरबार की दरबार की माँ के प्यार की माँ के प्यार की। हाँ सर नमस्कार जी। नमस्कार सर। सर अपना नाम की है और अपनी जी फाइनांस की तुसीं सुविधा शुरू की है, ये बारे दसो जी। ਮੇਰਾ ਨਾਮ ਸਰ ਗੋਪਾਲ ਸ਼ਰਮਾ ਹੈ, ਠੀਕ ਹੈ ਜੀ। ਤੇ ਆਪਾਂ GS ਫਾਈਨਾਂਸ ਦੇ ਨਾਂ ਤੋਂ ਇੱਕ ਫਰਮ ਖੋਲੀ ਹੈ ਗੋਪਾਲ ਨਗਰ ਪੀਲੀ ਕੋਠੀ ਦੇ ਕੋਲ ਸਰ, ਠੀਕ ਹੈ ਜੀ। ਤੇ ਆਪਣਾ ਕੰਮ ਜੋ ਰਹੇਗਾ, ਆਪਾਂ ਨੂੰ ਮੰਨ ਲਓ ਰਿਜੈਕਸ਼ਨ ਲੱਗ ਜਾਂਦੀ ਕਿਸੇ ਵੀ ਬੈਂਕ ਤੋਂ, ਉਹ ਰਿਜੈਕਸ਼ਨ ਨੂੰ ਅਪਰੂਵ ਕਰਵਾ ਕੇ ਦੇਣਾ ਸਾਡਾ ਕੰਮ ਰਹੇਗਾ। ਮੈਂ ਇੰਡਸਟਰੀ 'ਚ ਹਾਂ, ਕਾਫੀ ਸਮੇਂ ਤੋਂ ਅਲੱਗ-ਅਲੱਗ ਬੈਂਕਾਂ ਨਾਲ ਕੰਮ ਕਰ ਰਿਹਾ। ਤੋ ਇਸ ਕੰਮ ਨੂੰ ਕਿੱਦਾਂ ਸਹੀ ਕਰ ਸਕਦੇ ਹਾਂ ਆਪਾਂ ਕਿੱਦਾਂ ਸਹੀ ਟਰੈਕ ਤੇ ਆਪਣਾ ਲੋਨ ਲਿਜਾ ਸਕਦੇ ਹਾਂ, और अपनी हेल्थ इंश्योरेंस, लाइफ इंश्योरेंस बारे कितना जागरूक रहना, उस बारे सारी आप इतने काउंसलिंग करांगे। सर अजकल जिवें देखा जाता है कि कई लोग ऐप्स इंस्टॉल करके कुछ छोटे अमाउंट के लोन पास कराते, लोन मिल जाते बिना सिक्योरिटी के मिलते हैं। और वो वाले ਜਿਹੜੇ ऑनलाइन लोन आ और ਤੁਹਾਡੇ वाले लोन्स ਹੈਗੇ ਆ, ਇਹਨਾਂ ਦਾ बेसिकली ਕੀ ਫਰਕ ਆ, ਕੀ ਨੁਕਸਾਨ ਆ? देखो जी, सिक्योरिटी रखांगे ना, ਉਹਦੇ ਨਾਲ ਇੱਕ ਤੇ ਫਰਾਡ ਹੋਣ ਦੇ ਚਾਂਸਸ ਬਹੁਤ ਘੱਟ ਹੈ। ਕਿਉਂ? ਇੱਕ ਤੇ ਕਸਟਮਰ ਸਾਈਡ ਤੋਂ ਵੀ ਫਰਾਡ ਨਹੀਂ ਹੋਏਗਾ, ਇੱਕ ਕੰਪਨੀ ਸਾਈਡ ਤੋਂ ਵੀ ਨਹੀਂ ਹੋਏਗਾ। ਕੰਪਨੀ ਨੂੰ ਟੈਨਸ਼ਨ ਹੋਏਗੀ ਮੈਂ ਸਿਕਿਉਰਿਟੀ ਰੱਖੀ ਕਸਟਮਰ ਦੀ, ਠੀਕ ਹੈ ਜੀ। ਔਰ ਕਸਟਮਰ ਨੂੰ ਟੈਨਸ਼ਨ ਹੋਏਗੀ ਕਿ ਮੈਂ ਸਿਕਿਉਰਿਟੀ ਜਮ੍ਹਾਂ ਕਰਾ ਕੇ ਆਇਆ। ਜਿਹੜੇ ਅਸੀਂ ਫ੍ਰੀ ਵਾਲੇ ਲੋਨ ਲੈ ਰਹੇ ਹਾਂ ਨਾ, 5000 10000 ਛੋਟੇ ਲੋਨ ਲੈਂਦੇ ਆ, ਇੱਕ ਤੇ ਸਾਡਾ ਸਿਬਲ ਖਰਾਬ ਹੋ ਜਾਣਾ, ਉਹਦੇ ਨਾਲ ਸਿਬਲ ਸਾਡਾ ਉੱਡ ਜਾਂਦਾ। ਕਿਉਂ? ਸਾਨੂੰ ਹੁੰਦਾ ਦਿੱਲੀ ਦੀ ਕੰਪਨੀ ਹੈ, ਬੰਬੇ ਦੀ ਕੰਪਨੀ ਹੈ, ਫੋਰਨ ਦੀ ਕੰਪਨੀ ਹੈ, ਮੇਰੇ ਕੋਲ ਕਿਹੜੇ ਪੈਸੇ ਮੰਗਣ ਘਰੇ ਆਣਾ ਉਹਨਾਂ ਨੇ। ਹੁੰਦਾ ਕੀ ਹੈ, ਸਾਡੇ ਸਿਬਲ ਨਾਲ ਖੇਲਣਾ ਸ਼ੁਰੂ ਕਰਦੇ ਆ, ਮੁੜ ਕੇ ਸਾਨੂੰ ਇੰਨਾ ਗਿਰਾ ਦਿੰਦੇ ਆ ਸਿਬਲ ਕਿ ਸਾਨੂੰ ਕੋਈ ਵੀ ਕੰਪਨੀ ਲੋਨ ਨਹੀਂ ਦਿੰਦੀ। ਔਰ ਬਾਅਦ ਚੋਂ ਸਾਨੂੰ ਧਮਕੀਆਂ ਭਰੀਆਂ ਕਾਲਸ ਆਉਂਦੀਆਂ, ਸਾਡਾ ਡਾਟਾ ਜਿਹੜਾ ਸਾਰਾ ਸ਼ੇਅਰ ਕੀਤਾ ਜਾਂਦਾ ਔਰ ਉਹ ਡਾਟਾ ਅਲੱਗ-ਅਲੱਗ ਕੰਟਰੀਜ਼ 'ਚ ਜਾਂਦਾ ਔਰ ਉਹਦਾ ਮਿਸਯੂਜ਼ ਹੁੰਦਾ, ਉਹਦੀ ਐਡਸ ਲੱਗਦੀਆਂ। ਸਾਨੂੰ ਨਹੀਂ ਪਤਾ ਸਾਡੀ ਫੋਟੋ ਕਿਤੇ ਵੀ ਲੱਗੀ ਹੋ ਸਕਦੀ ਕਿਸੇ ਵੀ ਕੰਟਰੀ 'ਚ। ਸਰ ਇੱਕ ਗੱਲ ਕਰੀਏ ਤਾਂ ਇੱਕ ਤਾਂ ਬਹੁਤ ਵੱਡੇ ਲੈਵਲ ਤੇ ਕੰਪਨੀਆਂ ਕੰਮ ਕਰ ਰਹੀਆਂ ਲੋਨ ਦੇਣ ਦਾ, ਔਰ ਇੱਕ ਛੋਟੇ ਲੈਵਲ ਤੇ ਤੁਹਾਡੇ ਵਰਗੇ ਸਮਾਲ ਸਕੇਲ ਤੇ ਸ਼ੁਰੂ ਕਰ ਰਹੇ ਆ, ਤੇ ਦੋਨਾਂ 'ਚ ਕੀ ਫਰਕ ਆ? ਸਰ ਜੀ ਦੇਖੋ, ਸਰਟੀਫਾਈਡ ਏਜੰਟ ਹੋਣਾ ਬਹੁਤ ਵੱਡੀ ਗੱਲ ਹੈ। ਆਪਾਂ ਇੰਸ਼ੋਰੈਂਸਾਂ ਕਰਾ ਰਹੇ ਹਾਂ ਅੱਜ, ਕਿੰਨਾ ਤੋਂ ਕਰਾ ਰਹੇ ਹਾਂ? ਸਾਡੇ ਘਰ ਨਾ ਅੰਕਲ ਆਂਟੀ ਆਂਦੇ ਆ, ਮਤਲਬ ਉੱਦਾਂ ਹੀ ਆਂਦੇ, ਬੈਗ ਲੈ ਕੇ ਝੋਲਾ ਜਾ ਕੱਢਿਆ, ਪੇਪਰ ਸਾਈਨ ਕਰਵਾਇਆ, ਹੋ ਗਈ ਇੰਸ਼ੋਰੈਂਸ। ਉਹ ਇੰਸ਼ੋਰੈਂਸ ਦਾ ਸਾਨੂੰ ਪਲਾਨ ਹੀ ਨਹੀਂ ਪਤਾ ਜੀ, ਸਾਨੂੰ ਪਤਾ ਹੀ ਨਹੀਂ ਸਾਡਾ ਪਲਾਨ ਕੀ ਹੈ, ਉਹਦਾ ਕਾਰਡ ਕੀ ਹੈ, ਕਿਹੜੇ ਹਸਪੀਟਲ ਯੂਜ਼ ਹੋਣਾ, ਸਾਨੂੰ ਹਸਪੀਟਲ ਦੇ ਨੈਟਵਰਕ ਦਾ ਹੀ ਨਹੀਂ ਪਤਾ। ਮੈਨੂੰ ਟੈਗੋਰ ਤੋਂ ਇਲਾਜ ਮਿਲ ਜੂਗਾ, ਮੈਨੂੰ ਸ਼੍ਰੀਮੰਤ ਤੋਂ ਮਿਲ ਜੂਗਾ, ਮੈਨੂੰ ਕੈਪੀਟਲ ਤੋਂ ਮਿਲ ਜੂਗਾ, ਨਹੀਂ ਪਤਾ। ਫਿਰ ਉਸ ਐਸੀ ਇੰਸ਼ੋਰੈਂਸ ਦਾ ਫਾਇਦਾ ਕੀ ਹੈ? ਮੈਨੂੰ ਇਹ ਦੱਸੋ ਜੀ। ਸਮਾਜ ਨੂੰ ਕੋਈ ਫਾਇਦਾ ਨਹੀਂ ਹੈ। ਆਪਾਂ ਸਰਟੀਫਾਈਡ ਏਜੰਟ ਥਰੂ ਕੰਮ ਕਰਾਂਗੇ, ਪ੍ਰੋਪਰ ਸਰਵਿਸ ਹਰ ਕੰਪਨੀ ਦੀ ਇੰਸ਼ੋਰੈਂਸ ਦੀ ਦੇਵਾਂਗੇ, ਪਲੱਸ ਲੋਨ ਵੀ ਪ੍ਰੋਵਾਈਡ ਕਰਾਂਗੇ। ਸਰ ਮੈਂ ਕਾਫੀ ਸਮੇਂ ਤੋਂ MBA ਕਰਕੇ ਔਰ ਬੈਂਕਿੰਗ ਲਾਈਨ 'ਚ ਆਇਆ ਵਾਂ। ਸਰਵਿਸ ਨੂੰ ਪਹਿਲਾਂ ਸਟੱਡੀ ਕੀਤਾ, ਬੈਂਕਿੰਗ ਸਰਵਿਸ ਹੈ ਕੀ ਹੈ, ਲੋਨਸ ਹੁੰਦੇ ਕੀ, ਇੰਸ਼ੋਰੈਂਸ ਹੁੰਦੀ ਕੀ ਹੈ। ਉਹਨੂੰ ਸਟੱਡੀ ਕਰਨ ਤੋਂ ਬਾਅਦ ਇੱਕ ਮੋਦੀ ਨੇ ਉਪਰਾਲਾ ਲਿਆ ਕਿ ਵੋਕਲ ਹੋਵੋ ਲੋਕਲ ਲਈ, ਲੋਕਲ ਨੂੰ ਮੌਕਾ ਦਿਓ, ਸਟਾਰਟਅਪਸ ਨੂੰ ਮੌਕਾ ਦਿਓ। ਆਪਾਂ ਉਹ ਮੌਕੇ ਨੂੰ ਹੁਣ ਉਹਦਾ ਫਾਇਦਾ ਚੱਕਿਆ। ਉਸ ਫਾਇਦੇ ਨੂੰ ਕਿੱਦਾਂ ਚੱਕਿਆ? ਆਪਾਂ ਸਰਵਿਸ ਦਿੱਤੀ ਸਮਾਜ ਨੂੰ, ਉਸੇ ਕੰਮ ਨੂੰ ਆਪਾਂ ਆਪਣੇ ਲੋਕਲ ਲੈਵਲ ਤੇ ਲੈ ਕੇ ਆਏ। ਉਹ ਵੱਡੀ ਕੰਪਨੀਆਂ ਤੋਂ ਵਿਆਜ ਦਰਾਂ ਘਟਾਈਆਂ। ਕਿਉਂ ਘਟਾਈਆਂ? ਕਿ ਲੋਕਾਂ ਨੂੰ ਉਹਦੀ ਸਰਵਿਸ ਮਿਲੇ। ਆਪਾਂ ਲੋਕਲ ਨੂੰ ਮੌਕਾ ਦੇਵਾਂਗੇ ਤੇ ਫੋਰਨ ਕੰਪਨੀਆਂ ਨੂੰ ਬਾਹਰ ਭਜਾਵਾਂਗੇ। ਇੰਡੀਆ ਦਾ ਪੈਸਾ ਇੰਡੀਆ 'ਚ ਕਿੱਦਾਂ ਰਹੇਗਾ ਜਦੋਂ ਆਪਾਂ ਲੋਕਲ ਬੰਦੇ ਨੂੰ ਮੌਕਾ ਦੇਵਾਂਗੇ। ਤੁਸੀਂ ਸੇਵਾ ਦਾ ਮੌਕਾ ਦਿਓ, ਤੁਹਾਨੂੰ ਪਤਾ ਲੱਗੂਗਾ ਸਰਵਿਸਿਜ਼ ਕਿੱਦਾਂ ਦੀਆਂ।
ਸਰ ਤੁਸੀਂ ਕਿਸ ਤਰ੍ਹਾਂ ਦਾ ਲੋਨ ਤੁਸੀਂ ਦਿੰਦੇ ਪਏ ਹੋ? ਸਰ ਹਾਊਸਿੰਗ ਲੋਨ ਹੋ ਗਿਆ, ਕਾਰ ਲੋਨ ਹੋ ਗਿਆ, ਪਰਸਨਲ ਲੋਨਸ ਹੋ ਗਏ, ਆਪਾਂ ਸਾਰੇ ਐਡਜਸਟ ਕਰਾਂਗੇ ਲੋਨਸ। ਔਰ ਇੰਟਰਸਟ ਰੇਟ ਵਗੈरह ਦੀ ਗੱਲ ਕਰੀਏ ਤਾਂ ਇੰਟਰਸਟ ਰੇਟ ਸਰ ਸਿਬਲ ਸਕੋਰ ਤੇ ਡਿਪੈਂਡ ਕਰੇਗਾ। ਆਪਾਂ ਸਿਬਲ ਚੈੱਕ ਕਰਾਵਾਂਗੇ ਕਸਟਮਰ ਦਾ, ਐਜ਼ ਪਰ ਸਿਬਲ ਆਪਾਂ ਉਹਨੂੰ ਇੰਟਰਸਟ ਦੇਵਾਂਗੇ, ਕਿਉਂਕਿ ਪਹਿਲਾ ਲੋਨ ਟਰੈਕ ਕੈਸੇ ਹੈ, ਉਹਦੀ ਲੋਨ ਹਿਸਟਰੀ ਕੈਸੀ ਹੈ, ਉਹ ਸਾਰਾ ਚੈੱਕ ਹੋਏਗਾ। ਮਤਲਬ ਨਾਰਮਲ ਜਿਹੜੇ ਪ੍ਰਾਈਵੇਟ ਫਾਈਨਾਂਸਰਸ ਹੁੰਦੇ ਉਹ ਇਹ ਚੀਜ਼ਾਂ ਨਹੀਂ ਚੈੱਕ ਕਰਦੇ, ਉਸੇ ਕਰਕੇ ਕਸਟਮਰ ਪਰੇਸ਼ਾਨ ਕਰ ਦਿੰਦਾ ਜਾਂ ਕੰਪਨੀ ਖੁਦ ਪਰੇਸ਼ਾਨ ਹੋ ਜਾਂਦੀ ਹੈ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਸੰਦੀਪ ਹੈ, ਗੋਪਾਲ ਨਗਰ ਦੇ ਰਹਿਣ ਵਾਲਾ। ਔਰ ਅੱਜ ਸਾਡੇ ਸਾਥੀ ਗੋਪਾਲ ਸ਼ਰਮਾ ਜੀ ਨੇ ਆਪਣੀ ਇੱਕ ਪ੍ਰਯੋਜਨ ਦੇ ਨਾਲ ਆਪਣਾ ਸ਼ੁਰੂ ਕੀਤਾ ਹੈ GS ਫਾਈਨਾਂਸ ਨਾਮ ਦੇ ਨਾਲ। ਤੇ ਇਹਨਾਂ ਨੇ ਇੱਕ ਆਪਣੀ ਬੜੀ ਵਧੀਆ ਟੈਗਲਾਈਨ ਦਿੱਤੀ ਹੈ, ਯੂਅਰ ਡ੍ਰੀਮਸ ਕਮ ਟਰੂ। ਔਰ ਵਾਕਈ ਇਹ ਡ੍ਰੀਮਸ ਕਮ ਟਰੂ ਕਰਨ ਦੇ ਲਈ ਇੱਕ ਇਹਨਾਂ ਦਾ ਬਹੁਤ ਜਿਸਮਾਂ ਤੋਂ ਇਹਨਾਂ ਨੇ ਸੋਚਿਆ ਸ਼ੁਰੂ ਕੀਤਾ ਹੈ ਵਾਲਾ ਉਪਰਾਲਾ। ਇਹ ਵਾਕਈ ਇਸੇ ਤਰੀਕੇ ਲੋਕਾਂ ਦੇ ਸਾਰੇ ਡ੍ਰੀਮਸ ਪੂਰੇ ਹੋ ਸਕਦੇ ਨੇ। ਕਿੱਦਾਂ ਕਿ ਲੋਕ ਜਦ ਤੱਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਉਹ ਆਪਣੇ ਡ੍ਰੀਮਸ ਪੂਰੇ ਨਹੀਂ ਕਰ ਸਕਦੇ। ਔਰ ਗੋਪਾਲ ਜੀ ਨੇ ਇਸ ਉਪਰਾਲੇ ਦੇ ਨਾਲ ਲੋਕਾਂ ਨੂੰ ਹੈਲਥ ਇੰਸ਼ੋਰੈਂਸ ਔਰ ਲਾਈਫ ਇੰਸ਼ੋਰੈਂਸ, ਪੜ੍ਹਾਈ ਦੀ ਸਿੱਖਿਆ ਲੋਨ ਔਰ ਬਹੁਤ ਸਾਰੇ ਐਸੇ ਸਾਰੀਆਂ ਸੁਵਿਧਾਵਾਂ ਇੱਕੋ ਪਲੇਟਫਾਰਮ ਦੇ ਉੱਤੇ ਪ੍ਰੋਵਾਈਡ ਕਰਵਾਉਣ ਦੇ ਲਈ ਕੋਸ਼ਿਸ਼ ਕੀਤੀ ਹੈ, ਜਿਹਦੇ ਨਾਲ ਕਿਹਾ ਹੈ ਕਿ ਗੋਪਾਲ ਜੀ ਦੀ ਸੇਵਾਵਾਂ ਲਿੱਤੇ ਹੋਏ ਲੋਕ ਆਪਣੇ ਆਪ ਨੂੰ ਠੱਗਾ ਹੋਇਆ ਮਹਿਸੂਸ ਨਹੀਂ ਕਰਨਗੇ। ਔਰ ਉਹ ਉਹਨਾਂ ਏਜੰਟਾਂ ਦੇ ਲੋਕੋ ਜਾਂ ਉਹ ਝੋਲਾ ਛਾਪ ਲੋਕਾਂ ਦੇ ਕੋਲੋਂ ਬਚ ਜਾਣਗੇ ਜੋ ਉਹਨਾਂ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਉਠਾ ਲੈਂਦੇ ਨੇ, ਜਾਂ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਇਸ ਤਰੀਕੇ ਨਾਲ ਉਹ ਗੁੰਝਲ ਦੇ ਵਿੱਚ ਫਸਾ ਲੈਂਦੇ ਨੇ, ਜਿਹਦੇ ਨਾਲ ਕਿਹਾ ਕਿ ਉਹ ਇੱਕ ਬੈਡ ਲੋਨ ਸਾਈਕਲ ਦੇ ਵਿੱਚੋਂ ਦੀ ਨਿਕਲ ਹੀ ਨਹੀਂ ਪਾਉਂਦੇ। ਉਹ ਜਿੰਨਾ ਮਰਜ਼ੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਉਹ ਅੰਦਰ ਧੱਸਦੇ ਰਹਿੰਦੇ ਨੇ। ਇਸ ਦੇ ਲਈ ਗੋਪਾਲ ਜੀ ਦਾ ਮੇਰਾ ਤਾਂ ਆਪਣਾ ਮੰਨਣਾ ਹੈ ਕਿ ਉਹ ਮੇਰੇ ਪੂਰੀ ਟੀਮ ਦਾ ਮੰਨਣਾ ਹੈ ਇਹੀ ਹੈ ਕਿ ਗੋਪਾਲ ਜੀ ਨੇ ਸੇਵਾਵਾਂ ਸ਼ੁਰੂ ਕੀਤੀਆਂ ਨੇ, ਤਨ ਮਨ ਧਨ ਤੋਂ ਸ਼ੁਰੂ ਕੀਤਾ ਨੇ, ਤੇ ਲੋਕ ਤਹਿ ਦਿਲੋਂ ਆਉਣ ਔਰ ਇਹਨਾਂ ਦੀ ਸੇਵਾਵਾਂ ਦਾ ਲਾਭ ਉਠਾਉਣ। ਸਰ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਲੋਨ ਤਾਂ ਈਜ਼ੀਲੀ ਲੋਕ ਲੈ ਲੈਂਦੇ, ਸਿਕਿਉਰਿਟੀ ਰੱਖ ਕੇ, ਕਾਗਜ਼ ਪੱਤਰ ਰੱਖ ਕੇ, ਉਸ ਤੋਂ ਬਾਅਦ ਉਹ ਜਿਹੜਾ ਵਿਆਜ ਹੀ ਬਹੁਤ ਜ਼ਿਆਦਾ ਪੈਣ ਲੱਗ ਜਾਂਦਾ, ਉਹ ਚੁਕਾਇਆ ਨਹੀਂ ਜਾਂਦਾ। ਕਿ ਲੋਕੀ ਕਿੱਦਾਂ ਇਹ ਮੈਨੇਜ ਕਰਨ, ਕੋਈ ਉਹਨਾਂ ਨੂੰ ਸਲਾਹ ਦਿਓ। ਸਰ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ, ਆਪਣੇ ਲੋਨ ਟਰੈਕ ਤੇ ਨਜ਼ਰ ਰੱਖੋ, ਕਦੇ ਵੀ ਆਪਣਾ ਚੈੱਕ ਬਾਉਂਸ ਨਾ ਹੋਣ ਦਿਓ, ਕਦੇ ਵੀ ਆਪਣੀ EMI ਨੂੰ ਤੋੜੋ ਨਾ। ਆਪਾਂ ਤੋੜ ਦਿੰਦੇ ਆ, ਸਾਨੂੰ ਨਹੀਂ ਪਤਾ ਲੱਗਦਾ, ਕੰਪਨੀ ਵਿੱਚੋਂ ਫਾਈਨ ਪਾਣਾ ਸ਼ੁਰੂ ਕਰ ਦਿੰਦੀ ਹੈ, ਇੰਟਰਸਟ ਰੇਟ ਚੱਕ ਦਿੰਦੀ ਹੈ। ਕਿਉਂ ਚੱਕਦੀ ਹੈ? ਉਹਨੂੰ ਮੌਕਾ ਮਿਲ ਜਾਂਦਾ। ਮੌਜੂਦਾ ਸਮੇਂ ਤੇ ਬਹੁਤ ਮਲਟੀਨੈਸ਼ਨਲ ਕੰਪਨੀਆਂ ਔਰ ਕੁਝ ਨੈਸ਼ਨਲ ਲੈਵਲ ਦੀਆਂ ਵੀ ਕੰਪਨੀਆਂ ਨੇ ਜੋ ਲਰਨਿੰਗ ਐਪਸ ਆਪਣੇ ਆਪ ਨੂੰ ਸੋ ਕਾਲਡ ਕਹਿੰਦੀਆਂ ਨੇ, ਉਹ ਬੱਚਿਆਂ ਨੂੰ ਪੜ੍ਹਾਈ ਦਾ ਲਾਲਚ, ਮੁਫਤ ਪੜ੍ਹਾਈ ਦਾ ਲਾਲਚ ਦੇ ਕੇ ਉਹਨਾਂ ਨੂੰ ਇੱਕ ਲੋਨ ਦੇ ਐਸੇ ਬੈਡ ਸਾਈਕਲ 'ਚ ਫਸਾ ਲੈਂਦੇ ਨੇ, ਜਿਸ ਦਾ ਸ਼ਿਕਾਰ ਹੋਣ ਤੋਂ ਬਾਅਦ ਪੇਰੈਂਟਸ ਨੂੰ ਕੁਝ ਸਾਲਾਂ ਬਾਅਦ ਪਤਾ ਲੱਗਦਾ ਕਿ ਉਹਨਾਂ ਦੇ ਅਕਾਊਂਟ 'ਚੋਂ ਪੈਸੇ ਕੱਟੇ ਗਏ, ਉਹਨਾਂ ਦੇ ਨਾਮ ਦੇ ਉੱਤੇ ਐਜੂਕੇਸ਼ਨ ਲੋਨ ਹੋ ਗਿਆ। ਜਦ ਕਿ ਇਹ ਭਾਰਤ ਸਰਕਾਰ ਦੀ ਇੱਕ ਯੋਜਨਾ ਹੈ ਕਿ ਜਿਸ ਦੇ ਵਿੱਚ +2 ਤੋਂ ਬਾਅਦ ਬੱਚਾ 7 ਲੱਖ ਦਾ ਲੋਨ ਬਿਨਾਂ ਕਿਸੇ ਗਾਰੰਟੀ ਤੋਂ ਲੈ ਸਕਦਾ। ਔਰ ਇਹੀ ਲਰਨਿੰਗਸ ਐਪਸ ਉਸ 7 ਲੱਖ ਦੇ ਲੋਨ ਨੂੰ ਆਪਣੇ ਥਰੂ ਯੂਟੀਲਾਈਜ਼ ਕਰਵਾ ਲੈਂਦੀਆਂ, ਜਦ ਕਿ ਐਸਾ ਵਿਅਕਤੀ ਨੂੰ ਜ਼ਰੂਰਤ ਵੀ ਨਹੀਂ ਹੁੰਦੀ। ਉਹ ਸਟੂਡੈਂਟ ਦੀ ਕੋਈ ਮੂਲਭੂਤ ਸੁਵਿਧਾ ਨਹੀਂ ਹੁੰਦੀ, ਬਸ ਉਹਨੂੰ ਕਿਹਾ ਜਾਂਦਾ ਕਿ ਹਾਂ ਵੀ ਤੁਹਾਨੂੰ ਪੋਲਿਸ਼ ਸ਼ਾਈਨ ਕਰਨ ਦੇ ਲਈ ਆਪਾਂ ਤੁਹਾਨੂੰ ਇਹ ਸੁਵਿਧਾ ਦੇ ਰਹੇ ਹਾਂ, ਫ੍ਰੀ ਆਫ ਕਾਸਟ ਦੇ ਰਹੇ ਹਾਂ। ਬਟ ਉਸ ਦੇ ਨਾਲ ਕੀ ਹੁੰਦਾ ਕਿ ਉਸ ਨੂੰ ਸੁਵਿਧਾ ਦੇ ਨਾਮ ਦੇ ਉੱਤੇ ਉਸ ਇੱਕ ਲਿਮਟ ਨੂੰ ਬਿਨਾਂ ਗੱਲ ਤੋਂ ਇਸਤੇਮਾਲ ਕਰ ਲਿੱਤਾ ਜਾਂਦਾ ਹੈ ਔਰ ਪੇਰੈਂਟਸ ਦੇ ਖਾਤੇ ਵਿੱਚੋਂ ਪੈਸੇ ਥੋੜ੍ਹੇ ਕਰਕੇ ਨਿਕਾਲ ਲਿੱਤੇ ਜਾਂਦੇ ਨੇ। ਲੋਕਾਂ ਨੂੰ ਇਹਨਾਂ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣਾ ਚਾਹੀਦਾ ਔਰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਣਾ ਚਾਹੀਦਾ। ਔਰ ਇਸੇ ਦੇ ਲਈ ਅੱਜ ਹੀ ਮੈਂ ਕਹਿਣਾ ਚਾਹੁੰਦਾ ਕਿ ਆਪ ਆਪਣੇ ਜਿਸ ਵੀ ਪਰਿਵਾਰ ਦੀ ਕਿਸੇ ਵੀ ਜ਼ਰੂਰਤ ਦੇ ਲਈ ਕਿਸੇ ਨੂੰ ਲੋਨ ਲਈ ਕੰਸਲਟ ਕਰਨਾ ਤਾਂ ਗੋਪਾਲ ਸ਼ਰਮਾ ਜੀ ਨੂੰ GS ਫਾਈਨਾਂਸ ਜੀ ਦੇ ਨਾਮ ਦੇ ਉੱਤੇ ਗੋਪਾਲ ਨਗਰ 'ਚ ਸਥਾਪਿਤ ਹੋਈ ਹੈ। ਇਹਨਾਂ ਨੂੰ ਆ ਕੇ ਜ਼ਰੂਰ ਮਿਲੋ, ਫ੍ਰੀ ਕੰਸਲਟ ਕਰੋ ਔਰ ਆਪਣੀਆਂ ਜਿਹੜੀਆਂ ਵੀ ਸਮੱਸਿਆਵਾਂ ਹੈ ਉਹਨਾਂ ਦਾ ਇਹਨਾਂ ਕੋਲੋਂ ਸੋਲੂਸ਼ਨਸ ਪਾਓ। ਅੱਜ ਸਾਡੇ ਨਾਲ ਜੁੜੇ ਨੇ ਵਰੁਣ ਜੀ ਰਿਲੀਜੀਅਸ ਟੀਚਰ ਨੇ, ਠੀਕ ਹੈ ਜੀ, ਔਰ ਆਪਣੇ ਮੋਟੀਵੇਟਰ ਵੀ ਨੇ ਜਿਨ੍ਹਾਂ ਨੇ ਸਾਨੂੰ ਫਾਈਨਾਂਸ ਲਾਈਨ 'ਚ ਆਉਣ ਲਈ ਕਿਹਾ ਸੀਗਾ, ਤੇ ਆਪਾਂ ਚਾਹਾਂਗੇ ਇਹਨਾਂ ਦੀ ਬਲੇਸਿੰਗਸ ਲਈਏ। जय बोला जी सभी नू। गोपाल जी बहुत प्यारे इंसान भी, समाज सेवक भी ते प्रभु भगत भी। बहुत घੱਟ ਇੱਦਾਂ ਦੇ ਲੋਕ ਦੇਖਣ ਨੂੰ ਮਿਲਦੇ ਹੈ ਜੋ ਆਪਣਾ ਫਾਇਦਾ ਬਾਅਦ ਸੋਚਦੇ ਹੈ ਤੇ ਸਮਾਜ ਦਾ ਪਹਿਲਾਂ ਸੋਚਦੇ ਨੇ। ਇੱਕ ਇੱਦਾਂ ਦਾ ਮਾਈਂਡਸੈਟ ਜਿਹਦੇ ਵਿੱਚ ਅਸੀਂ ਆਪਣੇ ਵਾਸਤੇ ਨਹੀਂ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ। ਉਹਨਾਂ ਦਾ ਪ੍ਰੋਜੈਕਟ ਪਲਾਨ ਕਰਨ ਦਾ ਰੀਜ਼ਨ ਸਭ ਤੋਂ ਵੱਡਾ ਜੋ ਪਰਸਨਲੀ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਲੋਕੀ ਤੰਗ ਹੋ ਰਹੇ ਨੇ, ਬੇਵਜ੍ਹਾ ਐਕਸੈਸ ਲੋਨ ਲੈ ਰਹੇ ਹੈ ਜਿਹੜੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦੇ, ਨੋਨ ਪ੍ਰੋਫੈਸ਼ਨਲ ਪੈਟਰਨ 'ਤੇ ਲੋਨ ਲਿੱਤੇ ਜਾ ਰਹੇ ਹੈ। ਉਸ ਤੋਂ ਇਲਾਵਾ ਸਭ ਤੋਂ ਵੱਡੀ ਚੀਜ਼ ਤੁਹਾਡੀ ਵਿਆਜ ਦਰ, ਉਹਨੂੰ ਮੈਨੇਜ ਕਰਨਾ। ਇਸ ਵਾਸਤੇ ਇੱਕ ਬੰਦਾ ਆਪਣਾ ਇੱਕ ਬਹੁਤ ਵੱਡਾ ਪੈਟਰਨ ਛੱਡ ਕੇ ਲੋਕਲ ਲੈਵਲ 'ਤੇ ਕੰਮ ਕਰ ਰਿਹਾ। ਇਸ ਚੀਜ਼ ਨੂੰ ਕਿਸੇ ਵੀ ਤਰ੍ਹਾਂ ਦੇਖੀਏ ਤਾਂ ਉਹ ਕੰਪਲੀਟਲੀ ਪੋਜ਼ੀਟਿਵ ਹੀ ਹੈ।
ਹਨੂਮਾਨ ਜੀ ਦੀ ਬਲੇਸਿੰਗਸ ਦੇ ਨਾਲ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਸਭ ਇੱਕ ਬਹੁਤ ਜੈਨੂਇਨ ਵੇ ਨਾਲ ਇਹਨਾਂ ਨਾਲ ਜੁੜ ਕੇ ਆਪਣੀ ਗਾਈਡੈਂਸ ਨੂੰ ਲੈਂਦੇ ਹੋਏ ਆਪਣੇ ਪੈਟਰਨ ਦੀ ਰਿਕੁਆਇਰਮੈਂਟ ਵਾਸਤੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੇ ਲੋਨ ਰਿਕੁਆਇਰਮੈਂਟਸ ਹੈ ਜਾਂ ਕੁਝ ਵੀ ਹੈ, ਇੱਕ ਬਹੁਤ ਜੈਨੂਇਨ ਗਾਈਡੈਂਸ ਇਹਨਾਂ ਤੋਂ ਲੈਂਦੇ ਹੋਏ ਆਪਣੇ ਟਰੈਕ ਨੂੰ ਅੱਗੇ ਵਧਾ ਸਕਦੇ ਹੋ। ਆਪਣੀ ਲਾਈਫ ਨੂੰ ਬੇਵਜ੍ਹਾ ਦੇ ਕਿਸੇ ਫਰਾਡ ਲੋਨਸ ਤੋਂ ਬਚਾਉਣ ਲਈ ਗੋਪਾਲ ਜੀ ਤੋਂ ਸਲਾਹ ਲਿੱਤੀ ਜਾ ਸਕਦੀ ਹੈ ਤੇ ਬਹੁਤ ਪਿਆਰਾ ਇਨਸਾਨ ਤੁਹਾਨੂੰ ਬਹੁਤ ਪਿਆਰੀ ਸਲਾਹ ਦੇਗਾ। ਧੰਨਵਾਦ। ਔਰ ਇਹਨਾਂ ਦੀ ਕਿਰਪਾ ਨਾਲ ਇਹਨਾਂ ਦਾ ਕੰਮ ਬਹੁਤ ਵਧੀਆ ਚੱਲੇ, ਤੁਹਾਡਾ ਸਭ ਦਾ ਮਾਰਗਦਰਸ਼ਨ ਵਧੀਆ ਕਰਦੇ ਨੇ। ਮਹਾਦੇਵ ਸਭ ਤੇ ਕਿਰਪਾ ਬਣਾਈ ਰੱਖਣ। ਜੈ ਬਾਲਾ।